ਅੱਜ ਦੀ ਇਸ ਪੇਸ਼ਕਸ਼ ਵਿੱਚ ਆਪਾਂ ਸ਼ਾਇਰੀ ਅਤੇ ਰੂਹਾਨੀਅਤ ਦੇ ਇੱਕ ਐਸੇ ਡੂੰਘੇ ਸਮੁੰਦਰ ਵਿੱਚ ਉਤਰਨ ਲੱਗੇ ਹਾਂ ਜਿੱਥੇ ਆਮ ਦੁਨਿਆਵੀ ਮੁਹੱਬਤ ਸਿੱਧਾ ਇਲਾਹੀ ਇਸ਼ਕ ਵਿੱਚ ਬਦਲ ਜਾਂਦੀ ਹੈ। ਇਹ ਕੋਈ ਆਮ ਤਜਜ਼ੀਆ ਨਹੀਂ ਹੈ, ਬਲਕਿ ਇੱਕ ਐਸੀ ਲਿਖਾਤ ਦੀ ਪੜਤਾਲ ਹੈ ਜੋ ਸਿੱਧਾ ਦਿਲ ਤੇ ਅਸਰ ਕਰਦੀ ਹੈ। ਅਕਸਰ ਲੱਗਦਾ ਹੈ ਨਾ ਕਿ ਰੂਹਾਨੀ ਸ਼ਾਇਰੀ ਸਿਰਫ ਆਸਮਾਨ ਦੀਆਂ ਗੱਲਾਂ ਕਰਦੀ ਹੈ, ਪਰ ਅੱਜ ਦਾ ਇਹ ਸਿਲਸਿਲਾ ਸਾਨੂੰ ਦੱਸੂਗਾ ਕਿ ਰੂਹਾਨੀਅਤ ਦੀ ਸ਼ੁਰੂਆਤ ਅਸਲ ਵਿੱਚ ਸਾਡੇ ਆਪਣੇ ਘਰ ਤੋਂ, ਸਾਡੇ ਆਪਣੇ ਨਿੱਜੀ ਜਜ਼ਬਿਆਂ ਤੋਂ ਕਿਵੇਂ ਹੁੰਦੀ ਹੈ। ਚਲੋ ਬਿਨਾਂ ਵਕਤ ਜ਼ਾਇਆ ਕੀਤੇ ਪਿਆਰ ਪਿਆਮ ਦੇ ਇਸ ਸਫ਼ਰ ਤੇ ਚੱਲਦੇ ਹਾਂ। ਇੱਕ ਖੂਬਸੂਰਤ ਗੁਲਾਬ ਦਾ ਫੁੱਲ ਜੋ ਇੱਕ ਹੱਥ ਨਾਲ ਲਿਖੀ ਚਿੱਠੀ ਤੇ ਬੜੇ ਹੀ ਪਿਆਰ ਨਾਲ ਰੱਖਿਆ ਹੋਇਆ ਹੈ। ਇਹ ਤਸਵੀਰ ਐਵੇਂ ਹੀ ਨਹੀਂ ਲਗਾਈ ਗਈ। ਅਸਲ ਵਿੱਚ ਇਹ ਇੱਕ ਐਸੇ ਜਜ਼ਬੇ ਨੂੰ ਬਿਆਨ ਕਰਦੀ ਹੈ ਜੋ ਹਰ ਇਨਸਾਨ ਦੇ ਦਿਲ ਦੇ ਕਰੀਬ ਹੈ। ਆਪਣੀ ਮਾਂ ਨੂੰ ਦਿਲ ਦੀਆਂ ਗੱਲਾਂ ਲਿਖਣਾ। ਸੋਚੋ, ਚਿੱਠੀ ਲਿਖਣ ਦਾ ਅਹਿਸਾਸ, ਖਾਸ ਤੌਰ ਤੇ ਜਦੋਂ ਉਹ ਆਪਣੀ ਅੰਮੀ ਜੀ ਲਈ ਹੋਵੇ, ਕਿੰਨਾ ਨਿੱਜੀ, ਕਿੰਨਾ ਪਵਿੱਤਰ ਤੇ ਕਿੰਨਾ ਨਰਮ ਹੁੰਦਾ ਹੈ ਨਾ? ਇਹ ਗੁਲਾਬ ਉਸ ਅਕੀਦਤ ਦਾ ਚਿੰਨ੍ਹ ਹੈ ਜੋ ਇੱਕ ਬੱਚਾ ਆਪਣੀ ਮਾਂ ਲਈ ਮਹਿਸੂਸ ਕਰਦਾ ਹੈ। ਪਰ ਸੱਚ ਮੰਨੋ, ਇਹ ਸਿਰਫ ਇੱਕ ਸ਼ੁਰੂਆਤ ਹੈ। ਅਤੇ ਇਹ ਨੇ ਉਸ ਨਾਯਾਬ ਕਲਮ ਪਿਆਰ ਪਿਆਮ ਦੇ ਸ਼ੁਰੂਆਤੀ ਪੰਨੇ। ਇਹ ਲਿਖਾਵਟ ਆਪਣੇ ਆਪ ਵਿੱਚ ਇੱਕ ਫਨਕਾਰੀ ਹੈ। ਇੱਥੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਇਸ ਦੇ ਮੁਅੱਜ਼ਜ਼ ਲਿਖਾਰੀ ਦਾ ਜ਼ਿਕਰ ਪੂਰੇ ਅਦਬ ਅਤੇ ਇਹਤਰਾਮ ਨਾਲ ਕਰੀਏ। ਇਸ ਬੇਮਿਸਾਲ ਕਲਮ ਨੂੰ ਲਿਖਣ ਵਾਲੇ ਹਨ ਹਜ਼ਰਤ ਫਕੀਰ ਤਾਬਿਸ਼ ਕਮਾਲ। ਹਜ਼ਰਤ ਫਕੀਰ ਤਾਬਿਸ਼ ਕਮਾਲ ਦਾ ਨਾਮ ਲੈਂਦੇ ਹੀ ਐਵੇਂ ਲੱਗਦਾ ਹੈ ਜਿਵੇਂ ਰੂਹਾਨੀਅਤ ਦਾ ਇੱਕ ਅਜੀਬ ਜਿਹਾ ਅਹਿਸਾਸ ਹੋ ਰਿਹਾ ਹੋਵੇ। ਉਹਨਾਂ ਦੀ ਲਿਖਤ ਵਿੱਚ ਵੀ ਉਹ ਇਹਤਰਾਮ, ਉਹ ਇਸ਼ਕ ਸਾਫ਼ ਝਲਕਦਾ ਹੈ। ਉਹਨਾਂ ਨੇ ਆਮ ਲਫ਼ਜ਼ਾਂ ਨੂੰ ਕਿਵੇਂ ਖੁਦਾ ਦੀ ਇਬਾਦਤ ਵਿੱਚ ਢਾਲ ਦਿੱਤਾ ਹੈ, ਇਹ ਵੇਖ ਕੇ ਸੱਚੀ ਹੈਰਾਨੀ ਹੁੰਦੀ ਹੈ। ਹੁਣ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਕੋਈ ਆਮ ਚਿੱਠੀ ਨਹੀਂ ਹੈ। ਟਾਈਟਲ ਦੇ ਥੱਲੇ ਸਾਫ਼ ਲਿਖਿਆ ਹੈ ਅੰਮੀ ਜੀ ਦੇ ਨਾਂ ਮੰਜ਼ੂਮ ਖਤ। ਮੰਜ਼ੂਮ ਖਤ ਦਾ ਅਸਲ ਮਤਲਬ ਕੀ ਹੁੰਦਾ ਹੈ? ਇਹ ਇੱਕ ਐਸੀ ਚਿੱਠੀ ਹੁੰਦੀ ਹੈ ਜੋ ਸ਼ਾਇਰੀ ਦੇ ਰੂਪ ਵਿੱਚ, ਯਾਨੀ ਕਵਿਤਾ ਵਾਂਗੂ ਲਿਖੀ ਗਈ ਹੋਵੇ। ਬਿਆਨ ਕਰਨ ਦਾ ਇਹ ਤਰੀਕਾ ਆਮ ਵਾਰਤਾਲਾਪ ਨੂੰ ਇੱਕ ਉੱਚੇ ਦਰਜੇ ਦੀ ਸ਼ਾਇਰੀ ਵਿੱਚ ਬਦਲ ਦਿੰਦਾ ਹੈ। ਇਹ ਸਿਰਫ ਖਬਰਾਂ ਜਾਂ ਹਾਲਚਾਲ ਦੱਸਣ ਦਾ ਜ਼ਰੀਆ ਨਹੀਂ ਰਹਿ ਜਾਂਦਾ, ਬਲਕਿ ਰੂਹ ਦੀਆਂ ਗਹਿਰਾਈਆਂ ਚੋਂ ਨਿਕਲੇ ਜਜ਼ਬਾਤ ਦਾ ਇਜ਼ਹਾਰ ਬਣ ਜਾਂਦਾ ਹੈ ਜੋ ਕਾਫੀਆ ਅਤੇ ਰਦੀਫ ਨਾਲ ਸਜੇ ਹੋਏ ਹੁੰਦੇ ਹਨ। ਅਤੇ ਇਹ ਗੱਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦਾ ਹੈ ਕਿ ਕਿਵੇਂ ਇਨਸਾਨੀ ਜਜ਼ਬਾਤ ਰੂਹਾਨੀਅਤ ਦਾ ਰਸਤਾ ਬਣ ਜਾਂਦੇ ਹਨ। ਇੱਕ ਪਾਸੇ ਆਮ ਦੁਨਿਆਵੀ ਮੁਹੱਬਤ ਹੈ, ਜਿਵੇਂ ਇੱਕ ਬੇਟੇ ਦਾ ਆਪਣੀ ਮਾਂ ਲਈ ਪਿਆਰ, ਤੇ ਦੂਜੇ ਪਾਸੇ ਸਿਖਰਾਂ ਨੂੰ ਛੂੰਹਦੀ ਰੂਹਾਨੀ ਅਕੀਦਤ। ਹਜ਼ਰਤ ਫਕੀਰ ਤਾਬਿਸ਼ ਕਮਾਲ ਇਸ ਚਿੱਠੀ ਰਾਹੀਂ ਅਸਲ ਵਿੱਚ ਇੱਕ ਪੁਲ ਬਣਾਉਂਦੇ ਹਨ। ਉਹ ਦੁਨਿਆਵੀ ਰਿਸ਼ਤਿਆਂ ਦੀ ਦਰਮਾਹਟ ਤੋਂ ਸ਼ੁਰੂ ਹੋ ਕੇ ਆਸਮਾਨੀ ਇਸ਼ਕ ਦੀਆਂ ਬੁਲੰਦੀਆਂ ਤੱਕ ਪਹੁੰਚ ਜਾਂਦੇ ਹਨ। ਇਹ ਸਾਨੂੰ ਇਹ ਸਿਖਾਉਂਦਾ ਹੈ ਕਿ ਹਕੀਕੀ ਇਸ਼ਕ ਕੋਈ ਵੱਖਰੀ ਚੀਜ਼ ਨਹੀਂ ਹੈ, ਬਲਕਿ ਸੱਚੇ ਦਿਲੋਂ ਕੀਤੀ ਗਈ ਦੁਨਿਆਵੀ ਮੁਹੱਬਤ ਦੀ ਹੀ ਅਗਲੀ ਮੰਜ਼ਿਲ ਹੈ। ਹੁਣ ਜਿਵੇਂ ਆਪਾਂ ਇਸ ਪੇਸ਼ਕਸ਼ ਵਿੱਚ ਅੱਗੇ ਵਧਦੇ ਹਾਂ, ਲਫ਼ਜ਼ਾਂ ਦੀ ਬਨਾਵਟ ਇੱਕ ਅਚਾਨਕ ਅਤੇ ਨਵਾਂ ਮੋੜ ਲੈਂਦੀ ਹੈ। ਜਦੋਂ ਆਪਾਂ ਇਹਨਾਂ ਮਿਸਰਿਆਂ ਨੂੰ ਪੜ੍ਹਦੇ ਹਾਂ ਤਾਂ ਬਿਲਕੁਲ ਲੱਗਦਾ ਹੀ ਨਹੀਂ ਕਿ ਇਹ ਸਿਰਫ ਇੱਕ ਚਿੱਠੀ ਹੈ। ਇਹ ਪੂਰੀ ਲਿਖਤ ਗ੍ਰੈਂਡ ਰੂਹਾਨੀ ਮੈਟਾਫੋਰਸ, ਯਾਨੀ ਕਿ ਰੂਹਾਨੀ ਤਸ਼ਬੀਹਾਂ ਵਿੱਚ ਟਲ ਜਾਂਦੀ ਹੈ। ਲਿਖਾਰੀ ਦਾ ਧਿਆਨ ਸਿਰਫ ਕਾਗਜ਼ ਤੇ ਕਲਮ ਤੇ ਨਹੀਂ ਰਹਿੰਦਾ, ਬਲਕਿ ਪੂਰੀ ਕਾਇਨਾਤ ਦੇ ਨਿਜ਼ਾਮ ਤੇ ਚਲਾ ਜਾਂਦਾ ਹੈ। ਚਲੋ ਇਹਨਾਂ ਮਿਸਿਆਂ ਵਿੱਚ ਥੋੜੀ ਡੁਬਕੀ ਲਾਈਏ ਤੇ ਸਮਝੀਏ ਕਿ ਉਹਨਾਂ ਦੇ ਕਹਿਣ ਦਾ ਅਸਲ ਮਕਸਦ ਕੀ ਹੈ। ਪਰ ਇਹਨਾਂ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਪਹਿਲਾਂ ਜ਼ਮਜ਼ਮ ਦੇ ਮਾਨੇ ਸਮਝਣੇ ਬਹੁਤ ਜ਼ਰੂਰੀ ਹਨ। ਆਪਾਂ ਸਭ ਜਾਣਦੇ ਹਾਂ ਕਿ ਜ਼ਮਜ਼ਮ ਦਾ ਪਾਣੀ ਇਸਲਾਮ ਵਿੱਚ ਨਿਹਾਇਤ ਮੁਕੱਦਸ ਅਤੇ ਪਾਕੀਜ਼ਾ ਮੰਨਿਆ ਜਾਂਦਾ ਹੈ। ਇਹ ਪਾਣੀ ਸਿਰਫ ਜਿਸਮ ਦੀ ਪਿਆਸ ਨਹੀਂ ਬੁਝਾਉਂਦਾ, ਬਲਕਿ ਰੂਹ ਨੂੰ ਵੀ ਪਾਕ ਕਰਦਾ ਹੈ। ਤਾਂ ਹਜ਼ਰਤ ਫਕੀਰ ਤਾਬਿਸ਼ ਕਮਾਲ ਜਦੋਂ ਜ਼ਮਜ਼ਮ ਦਾ ਜ਼ਿਕਰ ਕਰਦੇ ਹਨ ਤਾਂ ਉਹ ਅਸਲ ਵਿੱਚ ਇੱਕ ਮੁਕੰਮਲ ਪਾਕੀਜ਼ਗੀ ਦੀ ਗੱਲ ਕਰ ਰਹੇ ਹਨ। ਇੱਕ ਐਸੀ ਪਾਕੀਜ਼ਗੀ ਜੋ ਖੁਦਾ ਦੇ ਜ਼ਿਕਰ ਜਾਂ ਕਿਸੇ ਮੁਕੱਦਸ ਹਸਤੀ ਦਾ ਨਾਮ ਲੈਣ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ। ਇੱਥੇ ਇਹ ਸਤਰ ਦੇਖੋ, ਮੀਮ ਲਿਖਣ ਤੋਂ ਪਹਿਲਾਂ ਧੋਈਏ ਜ਼ਮਜ਼ਮ ਨਾਲ ਜ਼ੁਬਾਨਾਂ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਹਰਫ ਮੀਮ ਲਿਖਣ ਤੋਂ ਪਹਿਲਾਂ ਵੀ ਇਨਸਾਨ ਨੂੰ ਆਪਣੀ ਜ਼ੁਬਾਨ ਜ਼ਮਜ਼ਮ ਦੇ ਪਾਣੀ ਨਾਲ ਧੋ ਲੈਣੀ ਚਾਹੀਦੀ ਹੈ। ਇਹ ਕਿੰਨੀ ਵੱਡੀ ਗੱਲ ਹੈ। ਆਮ ਤੌਰ ਤੇ ਚਿੱਠੀ ਲਿਖਣ ਦਾ ਅਮਲ ਆਸਾਨ ਹੁੰਦਾ ਹੈ, ਪਰ ਇੱਥੇ ਲਿਖਾਰੀ ਕਹਿ ਰਿਹਾ ਹੈ ਕਿ ਮੇਰੀ ਜ਼ੁਬਾਨ ਇੰਨੀ ਪਾਕ ਹੋਣੀ ਚਾਹੀਦੀ ਹੈ ਕਿ ਮੈਂ ਲਫ਼ਜ਼ ਮੀਮ ਦਾ ਅਦਾ ਕਰ ਸਕਾਂ। ਇਹ ਅਕੀਦਤ ਦੀ ਇੰਤਹਾ ਹੈ, ਜਿੱਥੇ ਇੱਕ ਲਫ਼ਜ਼ ਵੀ ਬਿਨਾਂ ਮੁਕੰਮਲ ਪਾਕੀਜ਼ਗੀ ਦੇ ਨਹੀਂ ਉਚਾਰਿਆ ਜਾ ਸਕਦਾ। ਹੁਣ ਸੋਚ ਵਿੱਚ ਪਾਉਣ ਵਾਲੀ ਗੱਲ ਇਹ ਹੈ ਕਿ ਆਖਿਰ ਇਸ ਹਰਫ ਮੀਮ ਵਿੱਚ ਐਸਾ ਕੀ ਖਾਸ ਹੈ। ਤਾਂ ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਰੂਹਾਨੀ ਸ਼ਾਇਰੀ ਵਿੱਚ ਮੀਮ ਸਿਰਫ ਅਰਬੀ ਦਾ ਇੱਕ ਆਮ ਹਰਫ ਨਹੀਂ ਹੈ। ਇਹ ਲਫ਼ਜ਼ ਰੂਹਾਨੀ ਰਿਵਾਇਤ ਵਿੱਚ ਨਬੀ ਕਰੀਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਬਾਰਕ ਜ਼ਾਤ ਦਾ ਚਿੰਨ੍ਹ ਹੈ। ਉਹਨਾਂ ਦਾ ਨਾਮ ਮੀਮ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਹਜ਼ਰਤ ਫਕੀਰ ਤਾਬਿਸ਼ ਕਮਾਲ ਜਦੋਂ ਮਾਂ ਨੂੰ ਚਿੱਠੀ ਲਿਖਣ ਲੱਗਦੇ ਹਨ ਤਾਂ ਆਪਣੀ ਲਿਖਤ ਦੀ ਸ਼ੁਰੂਆਤ ਐਸੀ ਮੁਕੱਦਸ ਹਸਤੀ ਦੇ ਜ਼ਿਕਰ ਨਾਲ ਕਰਦੇ ਹਨ ਜਿਸ ਦੇ ਲਈ ਸਾਰੀ ਕਾਇਨਾਤ ਬਣਾਈ ਗਈ। ਇਹ ਉਹਨਾਂ ਦਾ ਆਪਣੇ ਨਬੀ ਨਾਲ ਬੇਹਿਸਾਬ ਇਸ਼ਕ ਹੈ। ਅਗਲੀ ਸਤਰ ਤੇ ਆਂਦੇ ਹਾਂ, ਮੀਮ ਦੇ ਸਦਕੇ ਨੂਰੀ ਬਾਦਲ ਵਸਦੇ ਕੁਲ ਜਹਾਨਾ।
ਇਹ ਸਤਰ ਕਿੰਨੇ ਸ਼ਾਨਦਾਰ ਤਰੀਕੇ ਨਾਲ ਦਰਸਾਉਂਦੀ ਹੈ ਕਿ ਜ਼ਾਤ-ਏ ਮੁਬਾਰਕ ਦੀ ਬਰਕਤ ਨਾਲ ਪੂਰੀ ਕਾਇਨਾਤ ਵਿੱਚ ਕੀ ਹੋ ਰਿਹਾ ਹੈ। ਲਿਖਾਰੀ ਕਹਿ ਰਿਹਾ ਹੈ ਕਿ ਸਿਰਫ ਮੀਮ ਦੀ ਬਰਕਤ ਦੇ ਸਦਕੇ ਯਾਨੀ ਨਬੀ ਪਾਕ ਦੇ ਸਦਕੇ ਇਸ ਪੂਰੀ ਦੁਨੀਆ ਪੂਰੇ ਜਹਾਨ ਤੇ ਨੂਰ ਦੇ ਯਾਨੀ ਰੋਸ਼ਨੀ ਦੇ ਬਾਦਲ ਵਸ ਰਹੇ ਹਨ ਅਤੇ ਇਹ ਬਰਕਤਾਂ ਸਿਰਫ ਕਿਸੇ ਇੱਕ ਇਨਸਾਨ ਜਾਂ ਜਗ੍ਹਾ ਲਈ ਨਹੀਂ ਹਨ ਬਲਕਿ ਕੁੱਲ ਜਹਾਨਾਂ ਲਈ ਹਨ, ਸਾਰੀ ਸ੍ਰਿਸ਼ਟੀ ਲਈ ਹਨ। ਲਿਖਾਵਟ ਦੇ ਹੇਠਲੇ ਹਿੱਸੇ ਵੱਲ ਵੀ ਜ਼ਰਾ ਗੌਰ ਕਰੀਏ। ਦੇਖੋ ਕਿਵੇਂ ਹਜ਼ਰਤ ਫਕੀਰ ਤਾਬਿਸ਼ ਕਮਾਲ ਦੀ ਸ਼ਾਇਰੀ ਦਾ ਦਾਇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਗੱਲ ਸ਼ੁਰੂ ਹੋਈ ਸੀ ਇੱਕ ਚਿੱਠੀ ਤੋਂ, ਫਿਰ ਇੱਕ ਜ਼ੁਬਾਨ ਨੂੰ ਪਾਕ ਕਰਨ ਤੱਕ ਆਈ ਅਤੇ ਹੁਣ ਉਹਨਾਂ ਦੀ ਨਿਗਾਹ ਸਿੱਧਾ ਅਸਮਾਨਾਂ ਤੇ ਚਲੀ ਗਈ ਹੈ। ਪੂਰਾ ਕਾਇਨਾਤੀ ਨਿਜ਼ਾਮ ਉਹਨਾਂ ਦੀ ਸ਼ਾਇਰੀ ਦਾ ਹਿੱਸਾ ਬਣ ਚੁੱਕਾ ਹੈ। ਅਸਲ ਵਿੱਚ ਇੱਕ ਸੂਫੀ ਸ਼ਾਇਰ ਦੀ ਇਹੀ ਪਹਿਚਾਨ ਹੁੰਦੀ ਹੈ ਕਿ ਉਹ ਕਤਰੇ ਵਿੱਚ ਸਮੁੰਦਰ ਦੇਖ ਲੈਂਦਾ ਹੈ। ਇੱਥੇ ਵੀ ਬਿਲਕੁਲ ਉਵੇਂ ਹੀ ਹੋ ਰਿਹਾ ਹੈ। ਇੱਕ ਛੋਟੇ ਜਿਹੇ ਕਾਗਜ਼ ਤੇ ਲਿਖੇ ਲਫ਼ਜ਼ ਪੂਰੀ ਕਾਇਨਾਤ ਦਾ ਫਿਲਸਫਾ ਬਿਆਨ ਕਰ ਰਹੇ ਹਨ। ਕਲਮ ਦੀ ਅਗਲੀ ਸਤਰ ਕੁਝ ਇਸ ਤਰ੍ਹਾਂ ਹੈ, ਕੁੱਲ ਆਲਮ ਤੋਂ ਵੱਧ ਕੇ ਵੱਖਰਾ ਮਾਹੀ ਮੀਮ ਬਣਾਇਆ। ਇਸ ਦਾ ਭਾਵਾਰਥ ਇਹ ਹੈ ਕਿ ਖੁਦਾ ਨੇ ਆਪਣੇ ਮਹਿਬੂਬ ਜਿਨ੍ਹਾਂ ਨੂੰ ਇੱਥੇ ਮੀਮ ਨਾਲ ਦਰਸਾਇਆ ਗਿਆ ਹੈ ਨੂੰ ਸਾਰੀ ਕਾਇਨਾਤ, ਸਾਰੇ ਆਲਮ ਤੋਂ ਵੱਖਰਾ ਅਤੇ ਸਭ ਤੋਂ ਉੱਤਮ ਬਣਾਇਆ ਹੈ। ਮਾਹੀ ਲਫ਼ਜ਼ ਆਮ ਤੌਰ ਤੇ ਆਸ਼ਿਕ ਜਾਂ ਮਹਿਬੂਬ ਲਈ ਵਰਤਿਆ ਜਾਂਦਾ ਹੈ ਤੇ ਇੱਥੇ ਇਹ ਖੁਦਾ ਦੇ ਸਭ ਤੋਂ ਪਿਆਰੇ ਮਹਿਬੂਬ ਵੱਲ ਇਸ਼ਾਰਾ ਕਰਦਾ ਹੈ। ਇਹ ਮਿਸਰਾ ਸਾਡੀ ਰੂਹ ਨੂੰ ਦੱਸਦਾ ਹੈ ਕਿ ਉਸ ਜ਼ਾਤ ਦੀ ਕੋਈ ਮਿਸਾਲ ਇਸ ਪੂਰੀ ਕਾਇਨਾਤ ਵਿੱਚ ਮਿਲ ਹੀ ਨਹੀਂ ਸਕਦੀ। ਹੁਣ ਆਪਾਂ ਇਸ ਪੇਸ਼ਕਸ਼ ਦੇ ਆਖਰੀ ਅਤੇ ਸਭ ਤੋਂ ਰੂਹਾਨੀ ਹਿੱਸੇ ਵੱਲ ਵਧ ਰਹੇ ਹਾਂ। ਇੱਥੇ ਆ ਕੇ ਇਹ ਮਨਜ਼ੂਮ ਖਤ ਸਿਰਫ ਇਬਾਦਤ ਨਹੀਂ ਰਹਿ ਜਾਂਦਾ ਬਲਕਿ ਐਸੇ ਅਜ਼ੀਮ ਮੌਜਜ਼ਾਂ ਯਾਨੀ ਮਿਰੇਕਲਸ ਦਾ ਜ਼ਿਕਰ ਕਰਦਾ ਹੈ ਜੋ ਕਾਇਨਾਤ ਦੇ ਨਿਜ਼ਾਮ ਨੂੰ ਵੀ ਪਲਟ ਦਿੰਦੇ ਨੇ। ਸੱਚਮੁੱਚ ਜਦੋਂ ਇਸ਼ਕ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ ਤਾਂ ਕੁਦਰਤ ਵੀ ਆਪਣੇ ਨਿਯਮ ਬਦਲ ਲੈਂਦੀ ਹੈ। ਆਓ ਵੇਖੀਏ ਕਿ ਸ਼ਾਇਰ ਇਸ ਨੂੰ ਕਿਵੇਂ ਬਿਆਨ ਕਰਦਾ ਹੈ। ਇੱਥੇ ਇੱਕ ਬਹੁਤ ਹੀ ਅਜ਼ੀਮ ਹਵਾਲਾ ਮਿਲਦਾ ਹੈ। ਦਿਓਂ ਉਸ ਲਈ ਮਰਿਆ ਪਿੱਛੇ ਚੰਦੋ ਨੀਮ ਬਣਾਇਆ। ਦਿਓਂ ਦਾ ਮਤਲਬ ਹੁੰਦਾ ਹੈ ਦਿਨ ਜਾਂ ਸੂਰਜ। ਇਸ ਵਿੱਚ ਰੂਹਾਨੀ ਤਾਰੀਖ ਦੇ ਦੋ ਬਹੁਤ ਬੜੇ ਮੌਜਜ਼ਾਂ ਦਾ ਜ਼ਿਕਰ ਹੈ। ਪਹਿਲਾ ਸੂਰਜ ਦਾ ਪਿੱਛੇ ਮੁੜਨਾ ਯਾਨੀ ਵਕਤ ਦਾ ਵਾਪਸ ਆਉਣਾ ਅਤੇ ਦੂਜਾ ਚੰਦ ਦੋ ਨੀਮ ਬਣਾਇਆ, ਚੰਦ ਦਾ ਦੋ ਟੁਕੜੇ ਹੋਣਾ। ਹਜ਼ਰਤ ਫਕੀਰ ਤਾਬਿਸ਼ ਕਮਾਲ ਕਹਿ ਰਹੇ ਹਨ ਕਿ ਉਸ ਹਸਤੀ ਦੇ ਇਸ਼ਕ ਵਿੱਚ ਤਾਂ ਸੂਰਜ ਦੀ ਚਾਲ ਵੀ ਬਦਲ ਜਾਂਦੀ ਹੈ ਅਤੇ ਆਸਮਾਨ ਦਾ ਚੰਨ ਵੀ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਕਮਾਲ ਦੀ ਗੱਲ ਹੈ ਨਾ? ਜ਼ਰਾ ਇਸ ਗੱਲ ਦੀ ਗਹਿਰਾਈ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ। ਇੱਕ ਪਾਸੇ ਆਪਾਂ ਚਿੱਠੀ ਲਿਖਣ ਦੇ ਮਾਈਕਰੋ ਨਿਜ਼ਾਮ ਨੂੰ ਦੇਖ ਰਹੇ ਸੀ ਜਿੱਥੇ ਇੱਕ ਬੇਟਾ ਆਪਣੀ ਮਾਂ ਨੂੰ ਯਾਦ ਕਰ ਰਿਹਾ ਹੈ ਅਤੇ ਦੂਜੇ ਪਾਸੇ ਮੈਕਰੋ ਨਿਜ਼ਾਮ, ਕਾਇਨਾਤ ਦੇ ਸਭ ਤੋਂ ਵੱਡੇ ਵਾਕੇ ਜਿਵੇਂ ਚੰਦ ਦਾ ਟੁੱਟਣਾ ਅਤੇ ਸੂਰਜ ਦਾ ਮੁੜਨਾ। ਇਹ ਤੁਲਨਾ ਆਮ ਨਹੀਂ ਹੈ। ਇਹ ਦਰਸਾਉਂਦੀ ਹੈ ਕਿ ਰੂਹਾਨੀ ਸ਼ਾਇਰੀ ਦਾ ਸਫ਼ਰ ਕਿੰਨਾ ਵੱਡਾ ਹੁੰਦਾ ਹੈ। ਜੋ ਗੱਲ ਜ਼ਮੀਨ ਤੇ ਮੁਹੱਬਤ ਤੋਂ ਸ਼ੁਰੂ ਹੁੰਦੀ ਹੈ ਉਹ ਸਿੱਧਾ ਖੁਦਾ ਦੇ ਅਰਸ਼ ਤੱਕ ਪਹੁੰਚਦੀ ਹੈ ਕਿਉਂਕਿ ਸੱਚਾ ਇਸ਼ਕ ਹਮੇਸ਼ਾ ਇੱਕੋ ਹੀ ਹੁੰਦਾ ਹੈ। ਜਦੋਂ ਆਪਾਂ ਗੁਲਾਬ ਅਤੇ ਲਿਫਾਫੇ ਦੇ ਇਸ ਚਿੰਨ੍ਹ ਵੱਲ ਵਾਪਸ ਆਉਂਦੇ ਹਾਂ ਤਾਂ ਇਹਨਾਂ ਰੂਹਾਨੀ ਮਿਸਰਿਆਂ ਨੂੰ ਸਮਝਣ ਤੋਂ ਬਾਅਦ ਇਹ ਤਸਵੀਰ ਇੱਕ ਬਿਲਕੁਲ ਹੀ ਨਵਾਂ ਅਤੇ ਥੂੰਗਾ ਮਤਲਬ ਰੱਖਦੀ ਹੈ। ਹਜ਼ਰਤ ਫਕੀਰ ਤਾਬਿਸ਼ ਕਮਾਲ ਦੀ ਇਸ ਪੇਸ਼ਕਸ਼ ਨੇ ਸਾਨੂੰ ਦੱਸਿਆ ਹੈ ਕਿ ਜ਼ਮੀਨ ਦੀ ਮੁਹੱਬਤ ਅਤੇ ਆਸਮਾਨ ਦਾ ਇਸ਼ਕ ਇੱਕ ਦੂਜੇ ਨਾਲ ਉਂਝ ਗੁੰਦੇ ਹੋਏ ਹਨ ਕਿ ਇਹਨਾਂ ਨੂੰ ਕਦੀ ਵੀ ਵੱਖ ਨਹੀਂ ਕੀਤਾ ਜਾ ਸਕਦਾ। ਮਾਂ ਦਾ ਪਿਆਰ ਹੋ ਜਾਂ ਖੁਦਾ ਤੇ ਉਸਦੇ ਰਸੂਲ ਦਾ ਇਸ਼ਕ, ਦੋਨਾਂ ਦੀ ਬੁਨਿਆਦ ਪਾਕੀਜ਼ਗੀ, ਸੱਚਾਈ ਅਤੇ ਇਹਤਰਾਮ ਤੇ ਟਿਕੀ ਹੋਈ ਹੈ। ਇਸ ਤਜ਼ੀਏ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਡੂੰਘਾ ਸਵਾਲ ਉੱਠਦਾ ਹੈ, ਕਿਵੇਂ ਇੱਕ ਸਾਧਾਰਨ ਜਾਂ ਨਿੱਜੀ ਕੰਮ ਜਿਵੇਂ ਮਾਂ ਨੂੰ ਚਿੱਠੀ ਲਿਖਣਾ ਇਨਸਾਨ ਨੂੰ ਰੂਹਾਨੀਅਤ ਦੇ ਐਸੇ ਅਨੰਤ ਇਲਾਹੀ ਇਸ਼ਕ ਦੇ ਬੂਹੇ ਤੱਕ ਪਹੁੰਚਾ ਦਿੰਦਾ ਹੈ? ਸ਼ਾਇਦ ਇਸ ਦਾ ਜਵਾਬ ਇਹ ਹੈ ਕਿ ਹਰ ਸੱਚੇ ਪਿਆਰ ਦਾ ਰਸਤਾ ਉਸ ਸੱਚੇ ਖਾਲਿਕ ਵੱਲ ਹੀ ਜਾਂਦਾ ਹੈ। ਜਦੋਂ ਨੀਅਤ ਸਾਫ਼ ਹੋਵੇ ਤਾਂ ਹਰ ਲਫ਼ਜ਼ ਇਬਾਦਤ ਬਣ ਜਾਂਦਾ ਹੈ। ਇਹ ਸੋਚਣ ਲਈ ਇੱਕ ਬਿਹਤਰੀਨ ਨੁਕਤਾ ਹੈ ਜੋ ਸਾਨੂੰ ਕਾਇਨਾਤ ਦੇ ਅਸਲ ਵਸੀਬੀ ਨਾਲ ਜੋੜਦਾ ਹੈ। ਬੜੇ ਹੀ ਅਦਬ ਅਤੇ ਇਹਤਰਾਮ ਨਾਲ ਸਾਡੀ ਅੱਜ ਦੀ ਇਹ ਪੇਸ਼ਕਸ਼ ਇੱਥੇ ही ख़त्म होती है। ये मालूमात आपको स्पिरिचुअल यूनिवर्सिटी की तरफ से पेश की जा रही हैं। उम्मीद है कि यह रूहानी सफ़र रूहां ਨੂੰ ਵੀ ਉਸੇ ਤਰ੍ਹਾਂ ਰੋਸ਼ਨ ਕਰੇਗਾ ਜਿਵੇਂ ਇਨ੍ਹਾਂ ਮਿਸਰਿਆਂ ਵਿੱਚ ਬਿਆਨ ਕੀਤਾ ਗਿਆ ਹੈ। ਰੱਬ ਰਾਖਾ।